ਲੁਧਿਆਣਾ ਦੇ ਵਿੱਚ ਲੱਗੇ ਬੋਰਡਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਵਾਲ ਖੜੇ ਕੀਤੇ ਨੇ। ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਵਿਗਿਆਪਨ ਦੇ ਨਾਂ ਤੇ ਲੁਧਿਆਣਾ ਦੇ ਵਿੱਚ ਕਾਰਪੋਰੇਸ਼ਨ ਅਤੇ ਠੇਕੇਦਾਰਾਂ ਨੇ ਮਿਲ ਕੇ ਵੱਡਾ ਘਪਲਾ ਕੀਤਾ ਹੈ। ਉਹਨਾਂ ਕਿਹਾ ਕਿ ਕਰੋਨਾ ਦੇ ਦੌਰਾਨ ਜਿਸ ਵਿਗਿਆਪਨ ਬਠਿੰਡਾ ਠੇਕੇਦਾਰ ਨੂੰ 2 ਕਰੋੜ ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਦਿੱਤਾ ਗਿਆ ਸੀ, ਉਸ ਨੂੰ ਕਰੋਨਾ ਦੇ ਨਾਂ ਤੇ ਸਿਰਫ 1 ਸਾਲ ਨਹੀਂ ਸਗੋਂ 7 ਸਾਲ ਲਈ ਰਿਆਇਤ ਦਿੱਤੀ ਗਈ ਸੀ। ਉਹਨਾਂ ਕਿਹਾ ਕਿ 23 ਕਰੋੜ ਦੀ ਥਾਂ ਠੇਕੇਦਾਰ ਨੂੰ 9 ਕਰੋੜ ਦੀ ਰਿਆਇਤ ਦਿੱਤੀ ਗਈ। ਉਹਨਾਂ ਕਿਹਾ ਕਿ ਨਿਯਮਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ। ਲੁੱਟਣ ਦੇ ਲਈ ਕਾਰਪੋਰੇਸ਼ਨ ਦੇ ਮੇਅਰ ਸਾਹਿਬ ਨੇ ਇਹ ਕੀਤਾ ਕਿ ਐਫਐਂਡਸੀਸੀ 'ਚ ਕੋਈ ਮੈਂਬਰ ਹੀ ਨਹੀਂ ਲਿਆ। ਇਹਦਾ ਕੋਰਮ 5 ਮੈਂਬਰੀ ਕਮੇਟੀ ਹੁੰਦਾ ਹੈ, ਮੇਅਰ, ਸੀਨੀਅਰ ਮੇਅਰ, ਡਿਪਟੀ ਮੇਅਰ ਔਰ ਡਿਪਟੀ ਮੇਅਰ। 5 ਮੈਂਬਰੀ ਕਮੇਟੀ ਨਹੀਂ ਬਣਾਈ। ਇਹ ਕੋਰਮ ਹੀ ਪੂਰਾ ਨਹੀਂ ਐਫਐਂਡਸੀਸੀ ਦਾ, ਔਰ ਸਾਰਾ ਅੰਨਾ ਪੀਂਦਾ ਕੁੱਤਾ ਚੱਟਦਾ, ਬੁਰਾ ਹਾਲ ਕਰਤਾ ਕਾਰਪੋਰੇਸ਼ਨ ਦਾ। ਕਪਲੇ ਦਾ ਪਹਿਲਾ ਸਬੂਤ ਆਹੀ ਹੈ ਜਿਹੜਾ ਤੁਸੀਂ ਪ੍ਰੈਸ ਵੀਰਾਂ ਨੇ ਪੁੱਛਿਆ। ਐਫਐਂਡਸੀਸੀ ਦੇ ਵਿੱਚ ਅਸੀਂ ਮੈਂਬਰ ਲੈਂਦੇ ਸੀ। ਮੇਰੇ ਪਿਤਾ ਜੀ ਸਰਨਾਰ ਸਿੰਘ ਗਿੱਲ ਵੇਲੇ ਐਫਐਂਡਸੀਸੀ ਦੇ ਮੈਂਬਰ ਨੇ। ਉਸ ਤੋਂ ਪਹਿਲਾਂ ਚੌਧਰੀ ਸਤਪ੍ਰਕਾਸ਼ ਸਿੰਘ, ਸਰਦਾਰ ਕੁਲਵੰਤ ਸਿੰਘ ਦੁਕੀਆ ਮੈਂਬਰ ਨੇ। ਫਿਰ ਗੋਲਵੜੀਆ ਸਾਹਿਬ ਮੇਅਰ ਸੀ, ਸਰ ਬਲਕਾਰ ਸਿੰਘ ਸੰਧੂ ਆਪ ਮੈਂਬਰ ਨੇ। ਇਹ ਮੈਂਬਰ ਦਾ ਮਤਲਬ ਹੀ ਇਹ ਹੁੰਦਾ ਹੈ ਆਪੋਜੀਸ਼ਨ ਦਾ ਲੈਣਾ, ਤਾਂ ਕਿ ਕੋਈ ਗੱਲ ਗਲਤ ਨਾ ਹੋਵੇ। ਇਹ ਜਿਹੜਾ ਐਡਵਰਟਾਈਜ਼ਮੈਂਟ 'ਚ ਘਪਲਾ ਹੈ, ਜਿਹੜਾ ਇਹ ਐਡਵਰਟਾਈਜ਼ਮੈਂਟ ਦੇ ਵਿੱਚ ਲੁੱਟ ਹੋਈ ਹੈ, ਸਾਰੇ ਬੋਰਡਾਂ ਦੇ ਸਾਈਜ਼ ਗਲਤ ਨੇ। 16,000 ਦਾ ਬੋਰਡ 3-3 ਲੱਖ 'ਚ ਵਿਕ ਰਿਹਾ ਹੈ। ਇਹ ਘਪਲੇ ਲਈ ਹੋਰ ਕੋਈ ਨਹੀਂ, ਮਾਣਯੋਗ ਸਾਡੇ ਕਮਿਸ਼ਨਰ ਤੇ ਮੇਅਰ ਸਾਹਿਬ 100% ਜ਼ਿੰਮੇਵਾਰ ਨੇ। ਉਹ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ। ਜੇ ਕੋਈ ਡੈਲੀਗੇਸ਼ਨ ਆਉਂਦਾ ਹੈ, ਕੋਈ ਆਪੋਜੀਸ਼ਨ ਦਾ ਲੀਡਰ ਨਹੀਂ ਬੁਲਾਇਆ ਜਾਂਦਾ। ਜੇਕਰ ਸਮਾਰਟ ਸਿਟੀ ਦੀ ਮੀਟਿੰਗ ਹੁੰਦੀ ਹੈ, ਕੋਈ ਬੁਲਾਇਆ ਨਹੀਂ ਜਾਂਦਾ ਵਿਰੋਧੀ ਧਿਰ ਦਾ ਬੰਦਾ। ਕਿਉਂ? ਕਿਉਂਕਿ ਸਾਰੇ ਕੰਮਾਂ 'ਚ ਘਪਲਾ ਹੈ। ਟਾਇਲ ਘਪਲਾ ਐਡਾ ਵੱਡਾ ਘਪਲਾ ਹੋ ਕੇ ਉੱਭਰੂਗਾ। ਇਹ ਐਡਾ ਵੱਡਾ ਘਪਲਾ ਕਾਰਪੋਰੇਸ਼ਨ ਦੇ ਵਿੱਚ ਬਾਹਰ ਆਊਗਾ ਕਿ ਸਾਰੇ ਲੋਕ ਇਹ ਦੇਖਣਗੇ। ਔਰ ਮੈਂ ਸਾਰੇ ਮੀਡੀਆ ਰਾਹੀਂ ਸਰ ਮਹੇਸ਼ ਇੰਦਰ ਸਿੰਘ ਗਰੇਵਾਲ ਸਾਹਿਬ, ਡੰਗ ਸਾਹਿਬ, ਗੋਸ਼ਾ ਜੀ ਸਾਰੇ ਬੈਠੇ ਆ, ਇਹ ਗੱਲ ਕਲੀਅਰ ਕਰਨਾ ਚਾਹੁੰਦਾ ਤੁਹਾਡੇ ਮੀਡੀਆ ਰਾਹੀਂ ਕਿ ਕਾਰਪੋਰੇਸ਼ਨ ਦੇ ਜਿਹੜੇ ਚੁਣਿੰਦਾ ਅਫਸਰ 4-5 ਇਹਨਾਂ ਦੇ ਪਿੱਛੇ ਲੱਗ ਕੇ ਗਲਤ ਕੰਮ ਕਰ ਰਹੇ ਨੇ। ਕਾਨੂੰਨ ਨੂੰ ਛਿੱਕੇ ਟੰਗ ਕੇ, ਕੁਆਲਿਟੀ ਨੂੰ ਛਿੱਕੇ ਟੰਗ ਕੇ, ਕਰੋੜਾਂ ਰੁਪਏ ਦੀ ਭ੍ਰਿਸ਼ਟਾਚਾਰੀ ਦੇ ਵਿੱਚ ਇਨਵੋਲਵ ਨੇ। ਉਹਨਾਂ ਦੀ ਇਨਕੁਆਇਰੀ ਵਿਦਿਨ ਡੇਜ਼ ਇਹ ਸਾਡੀ ਇਨਕੁਆਇਰੀ ਹੋਏਗੀ ਫਿਕਸ, ਕਿ 15 ਦਿਨ 20 ਦਿਨ। ਔਰ ਜੇ ਉਹ ਦੋਸ਼ੀ ਪਾਈ ਗਏ, ਔਰ ਦੋਸ਼ੀ ਉਹ ਹੈਗੇ ਹੀ ਨਹੀਂ, ਪਰ ਫਿਰ ਵੀ ਉਹਨਾਂ ਦੀ ਤਸੱਲੀ ਲਈ ਕਾਨੂੰਨ ਅਨੁਸਾਰ ਦੋਸ਼ੀ ਪਾਏ ਜਾਣਗੇ ਔਰ ਉਹਨਾਂ ਨੂੰ ਬਹੁਤ ਜਲਦੀ ਸਲਾਖਾਂ ਦੇ ਪਿੱਛੇ ਜਾਣਾ ਪਊਗਾ। ਗਵਰਨਮੈਂਟ ਚੇਂਜ ਹੁੰਦੇ ਹੀ ਉਹ ਗਲਤ ਕੰਮ ਨਾ ਕਰਨ, ਉਹ ਇੱਕ ਤਰਫੇ ਇਹਨਾਂ ਦੀਆਂ ਕਠਪੁਤਲੀਆਂ ਨਾ ਬਣ। ਨਗਰ ਨਿਗਮ ਵਿੱਚ ਇਹੋ ਜਿਹਾ ਕੰਮ ਸਹੀ ਨਹੀਂ ਕਦੇ। ਇਹ ਕੰਮ ਵੀ ਪਹਿਲੀ ਵਾਰੀ ਸ਼ੁਰੂ ਹੋਇਆ ਕਿ ਵਿਰੋਧੀ ਧਿਰ ਦੇ ਨਾਲ ਇਹੋ ਜਿਹਾ ਰਸੂਖ। ਔਰ ਜੋ ਗਲਤ ਕੰਮ ਕਰ ਰਹੇ ਨੇ, ਸੜਕਾਂ ਵਿੱਚ ਘਪਲਾ। ਇੱਕ ਸੜਕ ਅੱਜ ਬਣ ਰਹੀ ਹੈ, 45 ਦਿਨਾਂ ਬਾਅਦ ਟੁੱਟ ਰਹੀ ਹੈ, ਉਹਨੂੰ 1 ਕਰੋੜ 50 ਲੱਖ ਦੀ ਪੇਮੈਂਟ ਦੇ ਦਿੱਤੀ ਜਾਂਦੀ ਹੈ। ਉਹ ਠੇਕੇਦਾਰ ਦਾ ਨਾਮ ਹੈ ਸੁਨੀਲ ਕੁਮਾਰ, ਉਹ ਮੇਰੇ ਵਾਰਡ 'ਚ ਹੋਇਆ। ਮੇਅਰ ਸਾਹਿਬ ਨੂੰ ਕਿਹਾ ਜੀ ਸੜਕ ਤਾਂ ਟੁੱਟ ਗਈ, ਕਹਿੰਦੇ ਕੋਈ ਪੇਮੈਂਟ ਨਹੀਂ ਦਿੱਤੀ ਜਾਊਗੀ। ਮੇਅਰ ਸਾਹਿਬ ਨੂੰ ਪੇਮੈਂਟ ਦਿਖਾਤੀ ਦਿੱਤੀ। ਇਹ ਕੀ ਹੈ? ਇਹ ਕਾਰਪੋਰੇਸ਼ਨ। ਕਿਸੇ ਬੱਸ ਵਾਲੇ ਨੂੰ ਕੋਈ ਛੂਟ ਨਹੀਂ ਕਿਰਾਏ 'ਚੋਂ, ਕਿਸੇ ਸਕੂਲ ਦੇ ਬੱਚੇ ਨੂੰ ਫੀਸ 'ਚ ਕੋਈ ਛੂਟ ਨਹੀਂ। ਇਹ ਐਡਵਰਟਾਈਜ਼ਮੈਂਟ ਵਾਲਿਆਂ ਨੂੰ ਮਾਫੀ ਇੰਨੀ ਜਲਦੀ ਦੇਤੀ, 7-8-9 ਕਰੋੜ ਨਾਲੇ 7 ਸਾਲ ਦੀ 7 ਸਾਲ ਕਰੋਨਾ ਰਹੂਗਾ। 7 ਸਾਲ ਦਾ 9 ਕਰੋੜ ਰੁਪਏ ਉਹਨਾਂ ਨੂੰ ਮਾਫ ਕੀਤਾ। ਮੈਂ ਹਾਈ ਕੋਰਟ 'ਚ ਜਾਣਾ, ਮੇਰਾ ਵਕੀਲ ਕਹਿੰਦਾ ਵੀ ਆਰਟੀਏ ਰਾਹੀਂ ਕਢਾ ਦਿਓ ਇਨਫੋਰਮੇਸ਼ਨ। ਆਰਟੀਏ ਰਾਹੀਂ ਇਨਫੋਰਮੇਸ਼ਨ ਨਹੀਂ ਦਿੰਦੇ, ਉਹਨੂੰ ਵੀ ਬਾਰ-ਬਾਰ ਟਾਲੀ ਜਾ ਰਹੇ ਨੇ। ਐਡਵਰਟਾਈਜ਼ਮੈਂਟ 'ਚ ਵੀ ਘਪਲਾ, ਐਫਐਂਡਸੀਸੀ ਨਾ ਬਣਾਉਣ 'ਚ ਵੀ ਘਪਲਾ, 3.5 ਸਾਲ ਕੱਢਤੇ। ਰੋਡ ਕੁਆਲਿਟੀ 'ਚ ਵੀ ਘਪਲਾ, ਪੈਚ ਵਰਕ ਲੱਗਦੇ ਹੋਰ ਘਪਲਾ। ਔਰ ਸਭ ਤੋਂ ਵੱਡਾ ਘਪਲਾ ਨਜਾਇਜ਼ ਕਲੋਨੀਆਂ ਦਾ, ਨਜਾਇਜ਼ ਬਿਲਡਿੰਗਾਂ ਦਾ। ਇੱਕ ਵੀ ਕੰਮ ਨਹੀਂ। ਮੈਂ ਪਰਸੋਂ ਖਬਰ ਪੜ੍ਹ ਰਿਹਾ ਸੀ, 300 ਕਰੋੜ ਤੋਂ ਵੱਧ ਤਾਂ ਇਹਨਾਂ ਦਾ ਟੈਕਸ ਰਿਕਵਰੀ ਵਾਲਾ ਰਹਿੰਦਾ। ਕਾਰਪੋਰੇਸ਼ਨ ਦਾ ਕਿਸੇ ਨੂੰ ਧਿਆਨ ਨਹੀਂ, ਚਾਰੋਂ ਪਾਸੇ ਲੁੱਟਣ ਲੱਗੇ ਨੇ। ਔਰ ਕਾਰਪੋਰੇਸ਼ਨ ਦੇ ਮੇਅਰ ਸਾਹਿਬ ਨਾਲ ਬੈਠੇ ਆ, ਔਰ ਮੰਤਰੀ ਜੀ ਕਹਿ ਰਹੇ ਜੇ ਹਫ਼ਤੇ 'ਚ ਪੈਚ ਵਰਕ ਨਾ ਹੋਏ ਤਾਂ ਮੈਂ ਅਫਸਰਾਂ ਨੂੰ ਪੁੱਠੇ ਡੰਗ ਦੂੰ। ਡਾਇਰੈਕਸ਼ਨ ਮੇਅਰ ਸਾਹਿਬ ਨੂੰ ਦੇਣੀ ਚਾਹੀਦੀ ਹੈ ਕਿ ਮੰਤਰੀ ਨੂੰ ਦੇਣੀ ਚਾਹੀਦੀ? ਡਾਇਰੈਕਸ਼ਨ ਕਾਰਪੋਰੇਸ਼ਨ ਦਾ ਮੇਅਰ ਜਾਂ ਕਮਿਸ਼ਨਰ ਦਊਗਾ ਜਾਂ ਕਿ ਕੈਬਨਿਟ ਮੰਤਰੀ ਦੇਗਾ। ਔਰ ਪੈਚ ਵਰਕ ਕਰਾਉਣ ਲਈ ਵੀ ਇੱਕ ਮਿਨਿਸਟਰ ਨੂੰ ਕਹਿਣਾ ਪੈ ਰਿਹਾ। ਇਹਦਾ ਮਤਲਬ ਕਾਰਪੋਰੇਸ਼ਨ ਦੇ ਮੇਅਰ ਦੇ ਕਹੇ ਤੇ ਜਾਂ ਨਗਰ ਨਿਗਮ 'ਚ ਕੋਈ ਕੰਮ ਨਹੀਂ ਚੱਲ ਰਿਹਾ। ਜਿਹੜਾ ਕਿ ਲੁਧਿਆਣਾ ਦਾ ਇੱਕ ਮੰਤਰੀ ਕਹਿ ਰਿਹਾ ਪੈਚ ਵਰਕ ਤਾਂ ਕਰ ਦੋ।
ਕੋਈ ਸੜਕ ਨਹੀਂ ਬਣ ਰਹੀ। ਇੰਡਸਟਰੀ ਏਰੀਏ ਦਾ ਕੀ ਹਾਲ ਹੈ, ਇਨਫਰਾਸਟ੍ਰਕਚਰ ਦਾ ਕੀ ਹਾਲ ਆ, ਸਾਰਾ ਸ਼ਹਿਰ ਪੱਟ-ਪੱਟ ਸਿੱਟਦਾ ਹੈ, ਕੋਈ ਪਤਾ ਨਹੀਂ। ਟਾਇਲ ਲਾਉਂਦੇ ਆ, ਜਿਹੜੀ ਗਰੇਵਾਲ ਸਾਹਿਬ ਨੇ ਕਿਹਾ 100% ਟਾਇਲ 'ਚ ਘਪਲਾ। ਕਿਉਂ ਨਹੀਂ ਇਨਕੁਆਇਰੀ ਕਰਾਉਂਦੇ ਇਹ? ਕਿਉਂ ਸੜਕ ਛੋਟੀ ਕਰਕੇ ਅੱਜ ਤੱਕ ਤੁਸੀਂ ਹਿੰਦੁਸਤਾਨ ਦੇ ਵਰਲਡ ਦੇ ਕਿਸੇ ਕੋਨੇ 'ਚ ਦੇਖਿਆ ਵੀ ਸੜਕ 15-20 ਫੁੱਟ ਦੀ ਰਹਿ ਗਈ ਤੇ ਟਾਇਲ ਦਾ ਏਰੀਆ 32 ਫੁੱਟ ਹੋ ਗਿਆ? ਪਰ ਟਾਇਲ ਕਰਪਸ਼ਨ ਹੈ, ਪਰ ਸਕੁਅਰ ਫੁੱਟ ਕਰਪਸ਼ਨ ਹੈ, ਇਹ ਸਾਰੀ ਉਹ ਕਰਪਸ਼ਨ ਹੈ। ਜੇਕਰ ਮੀਟਿੰਗ ਬੁਲਾਉਂਦੇ ਆ ਬੋਲਣ ਨਹੀਂ ਦਿੰਦੇ, ਜੇ ਬੁਲਾਉਂਦੇ ਆ ਸ਼ਾਰਟ ਟਾਈਮ ਲਈ ਬੁਲਾਉਂਦੇ ਆ ਵੀ ਕਰੋਨਾ ਹੈ। ਪਰ ਦੇਖੋ ਤੁਸੀਂ ਕੀ ਚੱਲ ਰਿਹਾ, ਲੋਕਾਂ ਦਾ ਪੈਸਾ, ਲੋਕਾਂ ਦੀ ਮਿਹਨਤ ਮੁਸ਼ੱਕਤ ਦਾ ਪੈਸਾ, ਇਹ ਇੰਪਰੂਵਮੈਂਟ ਟਰਸਟ 200 ਕਰੋੜ ਦੇ ਘਪਲੇ ਹੋ ਰਹੇ ਨੇ। ਜੇਕਰ ਇੰਪਰੂਵਮੈਂਟ ਟਰਸਟ 'ਚ ਘਪਲੇ ਹੋ ਰਹੇ ਆ ਜਾਂ ਗਲਤ ਕੰਮ ਨਹੀਂ ਸੀ, ਫਿਰ ਇਹਨਾਂ ਨੇ ਆਪਦੇ ਪਲਾਟ ਦੀ ਜਿਹੜੀ ਬੋਲੀ ਆ ਰੱਦ ਕਿਉਂ ਕਰਤੀ? ਇਹਦਾ ਮਤਲਬ ਘਪਲਾ ਸੀ। ਫਿਰ ਜੇ ਘਪਲਾ ਸੀ ਤਾਂ ਚੇਅਰਮੈਨ ਤੇ ਐਕਸ਼ਨ ਕਿਉਂ ਨਹੀਂ ਹੋਇਆ? ਕਿਹਨੇ ਕਰਾਇਆ ਉਹ ਘਪਲਾ? 200 ਕਰੋੜ ਰੁਪਏ ਦਾ ਉਹ ਘਪਲਾ ਹੋ ਗਿਆ। ਫਿਰ ਘਪਲਾ ਹੋ ਗਿਆ, ਰੌਲਾ ਪੈ ਗਿਆ, ਵਿਰੋਧੀ ਧਿਰ ਨੇ ਜਾ ਕੇ ਸੀਐਮ ਹਾਊਸ ਘੇਰ ਲਿਆ, ਅਕਾਲੀ ਦਲ ਨੇ ਕੈਂਸਲ ਕਰਤਾ। ਕਿਉਂ ਕੈਂਸਲ ਕੀਤਾ? ਜੇਕਰ ਕੰਮ ਸਹੀ ਸੀ, ਜੇਕਰ ਉਹ ਕੋਈ ਵੀ ਗਲਤ ਕੰਮ ਨਹੀਂ ਸੀ, ਕੈਂਸਲ ਕਿਉਂ ਕੀਤਾ? ਇਹ ਨਗਰ ਨਿਗਮ ਦੇ ਵਿੱਚ ਜਿੰਨੇ ਭ੍ਰਿਸ਼ਟ ਅਧਿਕਾਰੀ ਬੈਠੇ ਨੇ, ਮੈਂ ਮੀਡੀਆ ਰਾਹੀਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਕੱਲੀ ਗੱਲ ਸਾਡੇ ਨੋਟ ਕੀਤੀ ਹੈ। ਹੁਣ ਕੁਝ ਕਰੀ ਜਾਣ, ਉਹ 45 ਦਿਨ ਦੀ 6 ਹਫ਼ਤਿਆਂ ਦੀ ਸਰਕਾਰ ਦੇ ਪਿੱਛੇ ਨਾ ਲੱਗਣ। 42 ਦਿਨ ਦੀ ਸਰਕਾਰ ਹੈ, 6 ਹਫ਼ਤਿਆਂ ਦੀ ਸਰਕਾਰ ਪਿੱਛੇ ਲੱਗ ਕੇ ਗਲਤ ਕੰਮ ਨਾ ਕਰਨ। ਪਹਿਲਾਂ ਹੀ ਬਹੁਤ ਕੀਤੇ ਨੇ ਔਰ ਕੱਲੇ ਅਫਸਰ ਨੂੰ ਇਹਦਾ ਨਤੀਜਾ ਭੁਗਤਣਾ ਪਊਗਾ। ਮੈਂ ਇੱਕ ਗੱਲ ਇੱਥੇ ਹੋਰ ਜਸਪਾਲ ਦੀ ਐਡ ਕਰਨਾ ਚਾਹੁੰਦਾ ਹਾਂ, ਬੜੀ ਕਲੀਅਰ ਹੈ। ਆ ਮੇਅਰ ਜਿਹੜਾ ਕਾਰਪੋਰੇਸ਼ਨ ਦਾ ਟਰਸਟ ਦਾ ਚੇਅਰਮੈਨ ਬਣਿਆ, ਬੜਾ ਬਖੌਟਾ ਓਨੈਸਟੀ ਦਾ ਪਾਉਂਦਾ ਸੀ। 3 ਸਵਾਲ ਹੈ ਜਿਹੜੇ ਮੈਂ ਤੁਹਾਡੇ ਰਾਹੀਂ ਉਹਨੂੰ ਕਰਦਾ, ਤੇ ਜੇ ਸੁਬਰਾਮਨੀਅਮ ਰਮਨ ਸੁਣਦਾ ਹੋਵੇ ਉਹ ਤੁਹਾਨੂੰ ਹੀ ਉਹਨਾਂ ਦਾ ਜਵਾਬ ਦੇ ਦੇਵੇ। ਓਰੀਐਂਟ ਸਿਨੇਮਾ ਰਿਜ਼ਿਊਮ ਹੋ ਗਿਆ ਸੀ, ਉਹ ਰਿਜ਼ਿਊਮ ਕੀਤਾ, ਦੁਬਾਰਾ ਰਿਸਟੋਰ ਕਿਵੇਂ ਕਰਤਾ? ਜਦ ਕਿ ਬਾਈ ਲਾਅ ਇਹ ਕਹਿੰਦੇ ਆ ਕਿ ਜਿਹੜਾ ਰਿਜ਼ਿਊਮ ਹੋ ਜੇ ਉਹਦੇ ਰਿਜ਼ਿਊਮ ਦੇ ਆਰਡਰ ਦੇ ਅਗੇਂਸਟ ਸਟੇਟ ਕੋਲ ਅਪੀਲ ਪਾਉਣੀ ਪੈਂਦੀ ਹੈ, ਸਟੇਟ ਕਰਦੀ ਹੈ। ਫਿਰ ਪਬਲਿਕ ਨੂੰ ਦੱਸਣ ਕਿ ਉਹਦੇ ਵਿੱਚ ਕਿੰਨਾ ਪੀਨਲ ਅਮਾਊਂਟ ਪਿਆ ਸੀਗਾ ਫॉर ਨਾਨ ਪੇਮੈਂਟ, ਉਹ ਵੇਵ ਆਫ ਕਿਉਂ ਕੀਤਾ ਗਿਆ? ਕੀ ਕੰਪਲਸ਼ਨ ਸੀ? ਤੇ ਇਹ ਨਹੀਂ ਹੈ ਕਿ ਜਿਹੜਾ ਮੁੜ ਕੇ ਰਿਸਟੋਰ ਕਰਕੇ ਜਿਹੜਾ ਅੱਗੇ ਸੌਦੇ ਜਿਹਦੇ ਕੋਲ ਟ੍ਰਾਂਸਫਰ ਹੋਇਆ ਕਿ ਉਹ ਮੰਤਰੀ ਦਾ ਆਲਾ ਦੁਆਲਾ ਨਹੀਂ। ਉਹ ਕੌਣ ਨੇ ਬੰਦੇ, ਇਹਨਾਂ ਲਈ ਇਹ ਸਾਰਾ ਕੁਝ ਕੀਤਾ ਗਿਆ। ਦੂਸਰੀ ਗੱਲ, ਇੱਕ ਪਲਾਟ ਦੀ ਆਰਟੀਆਈ ਰਾਹੀਂ ਮੇਰੇ ਕੋਲ ਇਨਫੋਰਮੇਸ਼ਨ ਹੈ, ਮੈਂ ਉਹਦਾ ਸਿਰਫ ਹਿੰਟ ਦੇਵਾਂਗਾ। ਕਿਚਲੂ ਨਗਰ ਵਿੱਚ ਇਹਨਾਂ ਨੇ ਇੱਕ ਪਲਾਟ 32,000 ਰੁਪਏ ਗਜ਼ ਵਿਕਿਆ ਹੋਇਆ ਰਿਜ਼ਿਊਮ ਕੀਤਾ, 32,000 ਰੁਪਏ ਗਜ਼ ਵਿਕਿਆ ਰਿਜ਼ਿਊਮ ਕੀਤਾ, ਤੇ ਮੁੜ ਕੇ 200 ਰੁਪਏ ਗਜ਼ ਦੇ ਨਾਲ ਅਲਾਟ ਕੀਤਾ। 200 ਰੁਪਏ ਗਜ਼। ਇਹ ਹਿਸਾਬ ਦੇਣਾ ਪਊ ਇਹਨਾਂ ਨੂੰ। ਸਾਡੇ ਕੋਲ ਹਰ ਕਾਗਜ਼ ਹੈ, ਇਹ ਸਿਰਫ ਇਹਨਾਂ ਨੂੰ ਇਹੀ ਦੱਸਣਾ ਚਾਹੁੰਦੇ ਆ ਕਿ ਬਾਜ ਆ ਜਾਓ, ਬਾਜ ਆ ਜਾਓ, ਬਾਜ ਆ ਜਾਓ। ਮਮਤਾ ਜੀ ਤੁਸੀਂ ਕੁਛ ਨਹੀਂ, ਤੁਸੀਂ ਇੱਕ ਮੰਤਰੀ ਦੀ ਘਰ ਵਾਲੀ ਹੋ, ਘਰ ਸੰਭੋ। ਬਿਲਕੁਲ ਟਟੀਰੀ ਵਾਂਗੂ ਐ ਨਾ ਸਮਝੋ ਕਿ ਅਸਮਾਨ ਮੇਰੇ ਸਿਰ ਤੇ ਖੜਾ ਹੈ। ਇਸ ਭੁਲੇਖੇ ਵਿੱਚ ਨਾਲੇ ਮੰਤਰੀ ਨੂੰ ਮਰਵਾਓਗੇ ਨਾਲੇ ਆਮ ਇਹ ਗੱਲਾਂ ਮਹਿੰਗੀਆਂ ਪੈਣਗੀਆਂ। ਹਮੇਸ਼ਾ ਅਥਾਰਟੀ ਉਹ ਯੂਜ਼ ਕਰਨੀ ਚਾਹੀਦੀ ਹੈ ਜਿਹੜੀ ਅਥਾਰਟੀ ਕਾਨੂੰਨ ਦੇਵੇ ਤੁਹਾਨੂੰ। ਆਖਰ ਵਿੱਚ ਮੈਂ ਇੱਕੋ ਗੱਲ ਕਹਿ ਕੇ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵੀ ਤੇ ਕਾਰਪੋਰੇਸ਼ਨ ਅਥਾਰਟੀ ਦੇ ਨੂੰ ਇਹ ਜ਼ਰੂਰ ਇੱਕ ਵਾਰੀ ਸਲਾਹ ਦੇਵਾਂਗਾ ਬਿਨਾਂ ਮੰਗੀ ਕਿ ਕਵਰ ਵਿੱਚ ਪੈਣ ਲਈ ਇਹ ਨਾ ਮਮਤਾ ਨੇ ਆਉਣਾ ਨਾ ਕਿਸੇ ਨੇ ਹੋਰ ਨਾ, ਉਹਨਾਂ ਨੇ ਕਹਿਣਾ ਅਸੀਂ ਤਾਂ ਕਿਹਾ ਕੁਝ ਨਹੀਂ ਸੀਗਾ। ਅਖਬਾਰਾਂ ਦੇ ਐਵੀਡੈਂਸ ਨੂੰ ਕੋਰਟ ਐਵੀਡੈਂਸ ਨਹੀਂ ਮੰਨਦੀ, ਕਿਸੇ ਨੇ ਮੰਨਣਾ ਨਹੀਂ। ਕਿ ਭੁਗਤਣੀਆਂ ਤੁਹਾਨੂੰ ਪੈਣੀਆਂ ਨੇ ਜਿਹੜੇ ਇਹ ਮਮਤਾ ਜੀ ਟੈਲੀਫੋਨ ਕਰ ਕਰਕੇ ਤੁਹਾਨੂੰ ਹਦਾਇਤਾਂ ਦੇ ਕੇ ਆਰਮ ਲਾਇਸੈਂਸ ਜਾਰੀ ਕਰਾ ਰਹੇ ਨੇ, ਆ ਦੂਜੇ ਤੀਜੇ ਕਰਾ ਰਹੇ ਨੇ, ਸਾਰੀਆਂ ਭੁਗਤੀਆਂ ਪੈਣਗੀਆਂ। ਸੋ ਐਡਮਿਨਿਸਟ੍ਰੇਸ਼ਨ ਨੂੰ ਮੈਂ ਇੱਕੋ ਹੀ ਰਿਕੁਐਸਟ ਕਰੂੰਗਾ, ਬੀ ਕੇਅਰਫੁਲ, only do the right thing, serve the people, don't do injustice to the people at the asking of Mamta and her husband. PTN ਨਿਊਜ਼ ਦੇ ਲਈ ਲੁਧਿਆਣਾ ਤੋਂ ਟਿੰਕਾ ਜੱਟ ਦੀ ਰਿਪੋਰਟ।